ਓਨਟਾਰੀਓ ਦੇ ਹਸਪਤਾਲਾਂ ਵਿੱਚ ਮੁੜ ਤੈਨਾਤ ਹੋ ਰਹੇ ਨੇ ਮਿਲਟਰੀ ਹੈਲਥ ਕੇਅਰ ਵਰਕਰਸ। ਕੋਵਿਡ-19 ਮਰੀਜ਼ਾਂ ਦੀ ਬਹੁਤਾਤ ਦੀ ਸੂਰਤ ਵਿੱਚ ਮਰੀਜ਼ ਸ਼ਿਫਟ ਕੀਤੇ ਜਾ ਸਕਦੇ ਨੇ ਨਰਸਿੰਗ ਹੋਮਸ ਵਿੱਚ। ਯੂਐਸ ਨੇ ਕਿਹਾ ਆਪਣੇ ਨਾਗਰਿਕਾਂ ਨੂੰ ਭਾਰਤ ਜਾਣ ਤੋਂ ਬਚਣ, ਜਿਹੜੇ ਗਏ ਹੋਏ ਨੇ ਛੇਤੀ ਤੋਂ ਛੇਤੀ ਮੁੜ ਆਉਣ। ਭਾਰਤ ਦਾ ਕੋਵਿਡ-19 ਨੇ ਕੀਤਾ ਮਾੜਾ ਹਾਲ, ਸ਼ਮਸ਼ਾਨ ਘਾਟਾਂ ਵਿੱਚ ਦਿੱਤੇ ਜਾ ਰਹੇ ਨੇ ਟੋਕਨ ਤੇ ਭਗਤ ਕਹਿ ਰਹੇ ਨੇ ਕੁਝ ਵੀ ਕਹਿ ਲਓ, ਆਏਗਾ ਤਾਂ ਮੋਦੀ ਹੀ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮੈਂ ਮਨਿੰਦਰ ਗਰੇਵਾਲ। ਕੈਨੇਡਾ ਇਸ ਵੇਲੇ ਕੋਵਿਡ-19 ਦੀ ਤੀਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਓਨਟਾਰੀਓ ਤੋਂ ਬਾਅਦ ਹੁਣ ਨੋਵਾ ਸਕੋਸ਼ੀਆ ਵੀ ਲਾਕਡਾਊਨ ਵਿੱਚ ਚਲਿਆ ਗਿਆ ਹੈ। ਅਲਬਰਟਾ ਵਿੱਚ ਸਰਕਾਰ ਸ਼ਾਇਦ ਅਜੇ ਹਾਲਾਤ ਹੋਰ ਵਿਗੜਨ ਦੀ ਉਡੀਕ ਕਰ ਰਹੀ ਹੈ, ਜਿੱਥੇ ਐਕਟਿਵ ਮਾਮਲੇ 21,000 ਦੇ ਨੇੜੇ ਚੱਲ ਰਹੇ ਨੇ। ICU ਭਰਤੀਆਂ 630 ਦੇ ਨੇੜੇ ਨੇ ਤੇ ਅਲਬਰਟਾ ਸੂਬੇ ਦੇ 29% ਸਕੂਲ ਇਸ ਵੇਲੇ ਐਕਟਿਵ ਅਲਰਟਸ ਜਾਂ ਆਊਟਬ੍ਰੇਕਸ ਦਾ ਸਾਹਮਣਾ ਕਰ ਰਹੇ ਨੇ। ਅਲਬਰਟਾ ਹੈਲਥ ਸਰਵਿਸਿਜ਼ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਹਸਪਤਾਲਾਂ ਵਿੱਚ ਸਟਾਫ ਨੂੰ ਹਿਦਾਇਤਾਂ ਦੇਣ ਦਾ ਸਮਾਂ ਆ ਗਿਆ ਹੈ ਕਿ ਜੇ ਹਾਲਾਤ ਹੋਰ ਵਿਗੜੇ ਤਾਂ ਕਿਵੇਂ ਤੈਅ ਕਰਨਾ ਹੈ ਕਿ ਕਿਸ ਮਰੀਜ਼ ਨੂੰ ਭਰਤੀ ਕਰਕੇ ਪਹਿਲ ਦੇ ਆਧਾਰ ਤੇ ਇਲਾਜ ਦਿੱਤਾ ਜਾਏ ਤੇ ਕਿਸ ਨੂੰ ਉਸ ਦੇ ਹਾਲ ਤੇ ਛੱਡ ਦਿੱਤਾ ਜਾਏ। ਉਧਰ ਓਨਟਾਰੀਓ ਵਿੱਚ ਹਸਪਤਾਲਾਂ ਵਿੱਚ ਵਧੀ ਕੋਵਿਡ-19 ਮਰੀਜ਼ਾਂ ਦੀ ਬੇਤਹਾਸ਼ਾ ਗਿਣਤੀ ਨੂੰ ਵੇਖਦਿਆਂ ਲੋੜ ਪੈਣ ਤੇ ਬਗੈਰ ਮਰੀਜ਼ਾਂ ਦੀ ਰਜ਼ਾਮੰਦੀ ਦੇ ਵੀ ਉਹਨਾਂ ਨੂੰ ਨਰਸਿੰਗ ਹੋਮਸ ਜਾਂ ਲੌਂਗ ਟਰਮ ਕੇਅਰ ਫੈਸਿਲਿਟੀਜ਼ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ। ਉਂਝ ਅਲਬਰਟਾ ਵਿੱਚ ਵੀ 2 ਹਫ਼ਤਿਆਂ ਵਾਸਤੇ ਕਈ ਨਾਨ ਅਰਜੈਂਟ ਅਤੇ ਅਰਜੈਂਟ ਸਰਜਰੀਜ਼ ਮੁਲਤਵੀ ਕੀਤੀਆਂ ਜਾ ਰਹੀਆਂ ਨੇ। ਓਨਟਾਰੀਓ ਨੇ ਆਪਣੇ 2 ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਪ੍ਰੋਗਰਾਮਸ ਵਾਸਤੇ ਨਵਾਂ ਐਕਸਪ੍ਰੈਸ਼ਨ ਆਫ ਇੰਟਰਸਟ EOI ਸਿਸਟਮ ਲਾਂਚ ਕਰ ਦਿੱਤਾ ਹੈ। ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ OINP EOI ਸਿਸਟਮ ਇੰਪਲੋਇਰ ਜੌਬ ਆਫਿਸ ਕੈਟਾਗਰੀ ਵਿੱਚ ਹੁਣ ਫੋਰਨ ਵਰਕਰਸ ਅਤੇ ਇੰਟਰਨੈਸ਼ਨਲ ਸਟੂਡੈਂਟਸ ਲਈ ਓਪਨ ਹੈ ਤੇ ਛੇਤੀ ਹੀ EOI ਸਿਸਟਮਸ ਇਨ ਡਿਮਾਂਡ ਸਕਿੱਲਸ, ਮਾਸਟਰਸ ਗ੍ਰੈਜੂਏਟ ਅਤੇ PhD ਗ੍ਰੈਜੂਏਟ ਸਟਰੀਮਸ ਲਈ ਵੀ ਖੁੱਲ੍ਹ ਸਕਦੇ ਨੇ। ਸੋ ਹੁਣ ਓਨਟਾਰੀਓ ਦੇ ਬੇਸ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਲਈ ਅਪਲਾਈ ਕਰਨ ਦੇ ਚਾਹਵਾਨ ਕਿਸੇ ਵੀ ਵੇਲੇ EOI ਪ੍ਰੋਫਾਈਲ ਰਜਿਸਟਰ ਕਰ ਸਕਦੇ ਨੇ। ਅਜੇ ਤੱਕ ਸਿਰਫ ਤਾਂ ਹੀ ਰਜਿਸਟਰ ਕੀਤਾ ਜਾ ਸਕਦਾ ਸੀ ਜਦੋਂ OINP ਦਾ ਆਨਲਾਈਨ ਪੋਰਟਲ ਓਪਨ ਹੁੰਦਾ ਸੀ, ਪਰ ਹੁਣ ਜਿਵੇਂ ਹੀ ਤੁਸੀਂ ਪ੍ਰੋਫਾਈਲ ਰਜਿਸਟਰ ਕਰੋਗੇ ਤੁਹਾਡਾ ਪ੍ਰੋਫਾਈਲ ਸਿਲੈਕਸ਼ਨ ਪੂਲ ਵਿੱਚ ਪਾ ਦਿੱਤਾ ਜਾਏਗਾ ਤੇ ਤੁਹਾਡੇ ਜਵਾਬਾਂ ਦੇ ਆਧਾਰ ਤੇ ਤੁਹਾਨੂੰ ਪੁਆਇੰਟਸ ਦਿੱਤੇ ਜਾਣਗੇ। ਇਸ ਮਗਰੋਂ ਓਨਟਾਰੀਓ ਸਰਕਾਰ ਯੋਗ ਵਿਅਕਤੀਆਂ ਨੂੰ ਓਨਟਾਰੀਓ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਲਈ ਅਪਲਾਈ ਕਰਨ ਦਾ ਸੱਦਾ ਦੇਗੀ। ਚੇਤੇ ਰਹੇ ਕਿ EOI ਰਜਿਸਟ੍ਰੇਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਅਪਲਾਈ ਕਰਨ ਲਈ ਇਨਵੀਟੇਸ਼ਨ ਆਏਗਾ ਹੀ। EOI ਰਜਿਸਟ੍ਰੇਸ਼ਨ 12 ਮਹੀਨਿਆਂ ਵਾਸਤੇ ਵੈਲਿਡ ਹੋਏਗੀ ਤੇ ਉਸ ਤੋਂ ਬਾਅਦ ਆਪਣੇ ਆਪ ਆਟੋਮੈਟਿਕਲੀ ਖਤਮ ਹੋ ਜਾਏਗੀ। ਰਜਿਸਟ੍ਰੇਸ਼ਨ ਦੀ ਕੋਈ ਫੀਸ ਨਹੀਂ ਹੈ, ਪਰ ਇਨਵੀਟੇਸ਼ਨ ਆਉਣ ਤੇ ਜਦੋਂ ਤੁਸੀਂ ਐਪਲੀਕੇਸ਼ਨ ਭੇਜੋਗੇ ਤਾਂ ਨਾਲ ਫੀਸ ਦੇਣੀ ਹੈ। ਪਰ ਇਸ ਸਭ ਤੋਂ ਪਹਿਲਾਂ ਕੰਮ ਇਹ ਕਰਨਾ ਹੈ ਕਿ OINP ਫਾਈਲਿੰਗ ਪੋਰਟਲ ਤੇ ਪ੍ਰੋਫਾਈਲ ਕ੍ਰੀਏਟ ਕਰਨਾ ਹੈ। US ਪ੍ਰੈਜ਼ੀਡੈਂਟ ਜੋ ਬਾਈਡਨ ਦੇ ਕਾਰਜਕਾਲ ਦੇ 100 ਦਿਨ ਇਸ ਹਫ਼ਤੇ ਪੂਰੇ ਹੋ ਗਏ ਤੇ ਆਪਣੇ ਕਈ ਵਾਅਦੇ ਬਾਈਡਨ ਨੇ ਇਸ ਦੌਰਾਨ ਸੱਚੀ ਮੁੱਚੀ ਪੂਰੇ ਕਰਕੇ ਵਿਖਾਏ। ਟਰੰਪ ਸਰਕਾਰ ਵੱਲੋਂ ਰੋਕਿਆ ਡਾਕਾ ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲ ਮੁੜ ਚਾਲੂ ਹੋ ਗਿਆ। ਜ਼ਿਲ੍ਹਾ ਵਿੱਚ ਡੱਕੇ ਇਲੀਗਲ ਇਮੀਗ੍ਰੈਂਟਸ ਦੇ ਬੱਚੇ ਉਹਨਾਂ ਦੇ ਪਰਿਵਾਰਾਂ ਨੂੰ ਸੌਂਪਣ ਦਾ ਕੰਮ ਵੀ ਸ਼ੁਰੂ ਹੋ ਗਿਆ। 100 ਦਿਨਾਂ ਵਿੱਚ 100 ਮਿਲੀਅਨ ਡੋਜ਼ਸ ਕੋਵਿਡ-19 ਵੈਕਸੀਨ ਦੀਆਂ ਦੇਣ ਦਾ ਵਾਅਦਾ ਵੀ ਪੂਰਾ ਕੀਤਾ ਗਿਆ। 100ਵੇਂ ਦਿਨ ਤੱਕ 140 ਮਿਲੀਅਨ ਅਮਰੀਕੀ ਵੈਕਸੀਨ ਵਾਕਈ ਲੈ ਚੁੱਕੇ ਸਨ। ਅਜਿਹੇ ਲੋਕ ਜਿਨ੍ਹਾਂ ਨੇ ਕੋਰੋਨਾ ਵਾਇਰਸ ਤੋਂ ਬਚਾਅ ਵਾਸਤੇ US ਵਿੱਚ ਮਨਜ਼ੂਰਸ਼ੁਦਾ ਡੋਜ਼ਸ ਲਵਾ ਲਈਆਂ ਉਹ ਹੁਣ ਆਪਣੇ ਜਿਹੇ ਹੋਰ ਲੋਕਾਂ ਦੇ ਘਰਾਂ ਵਿੱਚ ਜਾ ਸਕਦੇ ਨੇ, ਉਹਨਾਂ ਨੂੰ ਮਿਲ ਸਕਦੇ ਨੇ ਬਿਨਾਂ ਮਾਸਕ ਦੇ ਤੇ ਹੁਣ ਜਨਤਕ ਥਾਵਾਂ ਤੇ ਵੀ ਉਹਨਾਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਖੋਲ੍ਹ ਨਾਲ ਉਹਨਾਂ ਲੋਕਾਂ ਨੂੰ ਵੀ ਵੈਕਸੀਨ ਲਵਾਉਣ ਦੀ ਪ੍ਰੇਰਣਾ ਮਿਲੇਗੀ ਜਿਨ੍ਹਾਂ ਅਜੇ ਤੱਕ ਸ਼ਾਟ ਨਹੀਂ ਲਿਆ। ਭਾਰਤ ਵਿੱਚ ਕੋਰੋਨਾ ਵਾਇਰਸ ਦੀ ਬੇਹੱਦ ਡਰਾਉਣੀ ਸਥਿਤੀ ਉੱਪਰ ਪੂਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ। ਰੋਜ਼ਾਨਾ ਕੋਵਿਡ-19 ਦੇ 3.5 ਲੱਖ ਤੋਂ ਵੱਧ ਮਾਮਲੇ ਦਰਜ ਹੋ ਰਹੇ ਨੇ ਤੇ ਹਜ਼ਾਰਾਂ ਜਾਨਾਂ ਜਾ ਰਹੀਆਂ ਨੇ। ਦਿੱਲੀ, ਮਹਾਰਾਸ਼ਟਰ, ਪੰਜਾਬ, ਉੱਤਰ ਪ੍ਰਦੇਸ਼ ਤੇ ਪੱਛਮ ਬੰਗਾਲ ਵਿੱਚ ਹਾਲਾਤ ਅਜਿਹੇ ਨੇ ਕਿ ਆਕਸੀਜਨ ਦੀ ਕਮੀ ਕਾਰਨ ਅਜੇ ਵੀ ਹਸਪਤਾਲਾਂ ਵਿੱਚ ਮੌਤਾਂ ਹੋ ਰਹੀਆਂ ਨੇ ਤੇ ਬਿਮਾਰ ਮਰੀਜ਼ਾਂ ਨੂੰ ਘਰਾਂ ਨੂੰ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੜਕਾਂ ਤੇ ਆਕਸੀਜਨ ਸਿਲੰਡਰ ਲੈ ਕੇ ਬੈਠੇ ਲੋਕ, ਆਕਸੀਜਨ ਨਾ ਮਿਲਣ ਕਰਕੇ ਆਪਣੇ ਪਿਆਰਿਆਂ ਲਈ ਰੋਂਦੇ ਕੁਰਲਾਉਂਦੇ ਸਰਕਾਰ ਨੂੰ ਗਾਲਾਂ ਕੱਢਦੇ ਬੇਵੱਸ ਲੋਕਾਂ ਨੂੰ ਵੇਖਿਆ ਜਾ ਸਕਦਾ ਹੈ। ਆਸਟ੍ਰੇਲੀਆ, ਇੰਗਲੈਂਡ, ਸਿੰਗਾਪੁਰ ਅਤੇ ਕਈ ਹੋਰ ਮੁਲਕਾਂ ਵੱਲੋਂ ਆਕਸੀਜਨ ਕਨਸੈਂਟਰੇਟਰਸ, ਵੈਂਟੀਲੇਟਰਸ ਅਤੇ ਹੋਰ ਸਪਲਾਈਜ਼ ਵੀ ਭੇਜੀਆਂ ਜਾ ਰਹੀਆਂ ਨੇ। ਉਧਰ ਥਾਲੀਆਂ ਵਜਾ ਕੇ, ਮੋਮਬੱਤੀਆਂ ਜਲਾ ਕੇ ਕੋਰੋਨਾ ਵਾਇਰਸ ਭਜਾਉਣ ਦੇ ਦਾਅਵੇ ਕਰਦੀ ਮੋਦੀ ਸਰਕਾਰ ਨੇ UN ਦੀ ਕਿਸੇ ਤਰ੍ਹਾਂ ਦੀ ਮਦਦ ਲੈਣੋਂ ਨਾ ਕਰ ਦਿੱਤੀ ਹੈ। ਹਾਲ ਇਸ ਵੇਲੇ ਇੰਨਾ ਮਾੜਾ ਹੈ ਕਿ ਸ਼ਮਸ਼ਾਨ ਘਾਟਾਂ ਵਿੱਚ ਥਾਂ ਨਹੀਂ ਹੈ ਤੇ ਕਈ ਪਰਿਵਾਰ ਸ਼ਮਸ਼ਾਨ ਘਾਟਾਂ ਦੇ ਬਾਹਰ ਹੀ ਲਾਸ਼ਾਂ ਲਵਾਰਿਸ ਛੱਡ ਕੇ ਚਲੇ ਜਾਂਦੇ ਨੇ, ਜਿਨ੍ਹਾਂ ਦਾ ਅੰਤਮ ਸੰਸਕਾਰ ਪੁਲਿਸ ਕਰ ਰਹੀ ਹੈ। ਪਵਿੱਤਰ ਸ਼ਹਿਰ ਕਾਸ਼ੀ ਵਿੱਚ ਅਰਥੀਆਂ ਨੂੰ ਮੋਢਾ ਦੇਣ ਬਦਲੇ 5000 ਮੰਗਿਆ ਜਾ ਰਿਹਾ ਹੈ। ਸੁਪਰੀਮ ਕੋਰਟ ਵੱਲੋਂ ਝਾੜ ਲਾਏ ਜਾਣ ਤੇ ਮੋਦੀ ਸਰਕਾਰ ਦਾ ਕਹਿਣਾ ਸੀ ਕਿ ਕਿਸੇ ਵੀ ਮੁਲਕ ਦੇ ਕੋਲ ਆਕਸੀਜਨ ਦੇ ਭੰਡਾਰ ਨਹੀਂ ਪਏ ਹੁੰਦੇ। ਅਜਿਹੀ ਸਥਿਤੀ ਵਿੱਚ ਆਕਸੀਜਨ ਸਪਲਾਈ ਦਾ ਘਟ ਜਾਣਾ ਟਾਲਿਆ ਨਹੀਂ ਸੀ ਜਾ ਸਕਦਾ।
ਸਰਕਾਰ ਦੀ ਆਲੋਚਨਾ ਕਰਦੇ ਟਵੀਟਸ ਤੇ ਵੀ ਪਹਿਰਾ ਲਾ ਦਿੱਤਾ ਗਿਆ ਹੈ ਤੇ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਵਾਲਿਆਂ ਨੂੰ ਦੇਸ਼ ਦਰੋਹੀ ਕਿਹਾ ਜਾ ਰਿਹਾ ਹੈ। ਅਨੁਪਮ ਖੇਰ ਵਰਗੇ ਭਗਤਾਂ ਦਾ ਬੇਸ਼ਰਮੀ ਨਾਲ ਕਹਿਣਾ ਹੈ ਕਿ ਚਾਹੇ ਕੁਝ ਵੀ ਕਹਿ ਲਓ, ਆਏਗਾ ਤਾਂ ਮੋਦੀ ਹੀ। ਐਤਰਾਜ਼ ਮੋਦੀ ਦੇ ਆਉਣ ਤੇ ਨਹੀਂ ਹੈ, ਐਤਰਾਜ਼ ਇਹ ਹੈ ਕਿ ਪਿਛਲੇ 1 ਸਾਲ ਵਿੱਚ ਸਰਕਾਰ ਅਜਿਹੀ ਸਥਿਤੀ ਲਈ ਤਿਆਰੀ ਕਿਉਂ ਨਹੀਂ ਕਰ ਸਕੀ। ਜਿੰਨਾ ਜ਼ੋਰ ਕਰੋੜਾਂ ਰੁਪਈਆਂ ਦੀਆਂ ਮੂਰਤੀਆਂ ਬਣਾਉਣ ਤੇ ਲਾਇਆ ਗਿਆ, ਮਨ ਕੀ ਬਾਤ ਤੇ ਲਾਇਆ ਗਿਆ, ਦੇਸ਼ ਦੀ ਜਨਤਾ ਦੀ ਸਿਹਤ ਦੀ ਸੁੱਧ ਕਿਉਂ ਨਹੀਂ ਲਈ ਗਈ। ਪਰ ਉਸ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਕੀ ਆਸ ਰੱਖੀਏ ਜੋ ਅਜਿਹੇ ਸਮੇਂ ਵਿੱਚ ਵੀ ਉਦਾਹਰਣ ਪੇਸ਼ ਕਰਨ ਦੀ ਬਜਾਏ ਵੱਡੀਆਂ ਚੋਣ ਰੈਲੀਆਂ ਕਰ ਰਿਹਾ ਹੈ ਤੇ ਸ਼ਕਤੀ ਪ੍ਰਦਰਸ਼ਨ ਕਰਦਾ ਫਿਰਦਾ ਹੈ। ਕੁੰਭ ਇਸ਼ਨਾਨ ਦੀ ਆਗਿਆ ਦੇਣ ਵਾਲੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜੇ ਹਸਪਤਾਲਾਂ ਵਿੱਚ ਕਿਸੇ ਵਿਅਕਤੀ ਨੂੰ ਇਲਾਜ ਨਹੀਂ ਮਿਲਦਾ ਤਾਂ ਉਸ ਦੇ ਜ਼ਿੰਮੇਦਾਰ ਡੀਐਮ ਅਤੇ ਸੀਐਮਓ ਹੋਣਗੇ। ਸ਼ਮਸ਼ਾਨ ਘਾਟਾਂ ਵਿੱਚ ਅੰਤਿਮ ਸੰਸਕਾਰ ਦੇ ਟੋਕਨ ਵੰਡੇ ਜਾ ਰਹੇ ਨੇ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਦਰਿਆਦਿਲੀ ਦੇਖੋ ਕਿ ਆਕਸੀਜਨ ਦਾ ਪ੍ਰਬੰਧ ਚੀਫ ਮੈਡੀਕਲ ਆਫਿਸਰਸ ਤੇ ਜ਼ਰੂਰ ਛੱਡਿਆ ਹੈ, ਪਰ ਕੋਵਿਡ-19 ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਰਾਹਤ ਦਿੰਦਿਆਂ ਅੰਤਮ ਸੰਸਕਾਰ ਫ੍ਰੀ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੇਸ਼ ਵਿੱਚ 2000 ਦਾ ਆਕਸੀਜਨ ਸਿਲੰਡਰ 30,000 ਵਿੱਚ ਬਲੈਕ ਹੋ ਰਿਹਾ ਹੈ। ਦੁਨੀਆ ਦੀ ਕੋਵਿਡ-19 ਵੈਕਸੀਨ ਡਿਮਾਂਡ ਦਾ 60% ਬਣਾਉਣ ਵਾਲੇ ਭਾਰਤ ਵਿੱਚ ਟੀਕਾ 600 ਤੋਂ 1200 ਰੁਪਏ ਵਿੱਚ ਵੀ ਮਿਲ ਰਿਹਾ ਹੈ। ਇਨ੍ਹਾਂ ਜੀਵਨ ਰਕਸ਼ਕ ਟੀਕਿਆਂ ਵਿੱਚੋਂ ਇੱਕ ਕੋਵਿਸ਼ੀਲਡ ਨੂੰ ਬਣਾਉਂਦੀ ਕੰਪਨੀ ਸੀਰਮ ਇੰਸਟੀਚਿਊਟ ਦੇ ਮਾਲਕ ਆਦਰ ਪੂਨਾਵਾਲਾ ਨੂੰ ਜ਼ਰੂਰ ਸਰਕਾਰ CRPF ਦੀ ਵਾਈ ਲੈਵਲ ਸਿਕਿਉਰਿਟੀ ਦੇਣ ਜਾ ਰਹੀ ਹੈ। ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਦੀ ਗੂੰਜ ਬਰਤਾਨੀਆ ਦੇ ਸੰਸਦ ਵਿੱਚ ਵੀ ਸੁਣੀ ਹੈ ਤੇ ਆਸਟ੍ਰੇਲੀਆ ਨੇ ਕੈਨੇਡਾ ਵਾਂਗ ਭਾਰਤ ਤੋਂ ਆ ਰਹੀਆਂ ਫਲਾਈਟਸ ਰੋਕ ਦਿੱਤੀਆਂ ਨੇ ਤੇ ਉਧਰ US ਨੇ ਵੀ ਆਪਣੇ ਲੋਕਾਂ ਨੂੰ ਕਹਿ ਦਿੱਤਾ ਹੈ ਕਿ ਜੇਕਰ ਭਾਰਤ ਗਏ ਤਾਂ ਆਪਣੇ ਖਤਰੇ ਤੇ ਜਾਣਗੇ, ਜਿਹੜੇ ਗਏ ਹੋਏ ਨੇ ਛੇਤੀ ਮੁੜ ਆਉਣ। ਇਹ ਸਨ ਇਸ ਹਫ਼ਤੇ ਦੀਆਂ ਕੁਝ ਖਾਸ ਕੌਮੀ ਤੇ ਕੌਮਾਂਤਰੀ ਖਬਰਾਂ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮਨਿੰਦਰ ਨੂੰ ਦਿਓ ਇਜਾਜ਼ਤ।